ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਅਦੀਬ ਅਜ਼ੀਜ਼ ਦੋਸਤੋ, ਆਦਾਬ ਅਰਜ਼ ਹੈ। ਅੱਜ ਇੰਟਰਨੈਸ਼ਨਲ ਵਿਮਨਸ ਡੇ ਹੈ। ਅਸੀਂ ਅੱਜ ਦੇ ਸਿਨੈਰੀਓ ਦੇ ਵਿੱਚ ਦੇਖੀਏ ਤਾਂ ਅਸੀਂ ਬਹੁਤ ਸਾਰੇ ਦਿਨ ਜਿਹੜੇ ਨੇ ਉਹ ਮੁਕਰਰ ਕਰ ਦਿੱਤੇ ਨੇ। ਡਿਫਰੈਂਟ ਚੀਜ਼ਾਂ ਦੇ ਡਿਫਰੈਂਟ ਦਿਨ ਮੁਕਰਰ ਕੀਤੇ ਨੇ। ਮਦਰਸ ਡੇ ਹੈ, ਫਾਦਰਸ ਡੇ ਹੈ, ਵਾਈਲਡ ਲਾਈਫ ਡੇ ਹੈ, ਵੈਟਲੈਂਡ ਡੇ ਹੈ। ਮਤਲਬ ਸਾਨੂੰ ਅੱਜ ਦੀ ਜਨਰੇਸ਼ਨ ਨੂੰ ਇਹ ਯਾਦ ਦਿਵਾਉਣਾ ਪਏਗਾ ਕਿ ਕੁਝ ਖਾਸ ਚੀਜ਼ਾਂ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਖਾਸ ਅਹਿਮੀਅਤ ਰੱਖਦੀਆਂ ਨੇ ਤੇ ਇਹਨਾਂ ਵਾਸਤੇ ਦਿਨਾਂ ਨੂੰ ਮੁਕਰਰ ਕਰਨਾ, ਯਾਨੀ ਕਿ ਅਸੀਂ ਉਸ ਪਾਰਟਿਕੂਲਰ ਡੇ 'ਤੇ ਉਹਨਾਂ ਖਾਸ ਚੀਜ਼ਾਂ ਨੂੰ ਸੈਲੀਬ੍ਰੇਟ ਕਰਦੇ ਹਾਂ। ਹਾਲਾਂਕਿ ਪਿਆਰ ਦਾ ਕੋਈ ਦਿਨ ਨਹੀਂ ਹੁੰਦਾ, ਹਰ ਰੋਜ਼ ਹੀ ਜਿਹੜੇ ਲੋਕ ਪਿਆਰ ਕਰਦੇ ਨੇ ਉਹਨਾਂ ਵਾਸਤੇ ਰੋਜ਼ ਹੀ ਵੈਲੈਂਟਾਈਨ ਹੈ। ਤਿਉਹਾਰ ਦਾ ਕੋਈ ਦਿਨ ਨਹੀਂ ਹੁੰਦਾ। ਜੇਕਰ ਤੁਹਾਡਾ ਦਿਨ ਖੁਸ਼ ਹੈ, ਤੁਹਾਡਾ ਦਿਲ ਖੁਸ਼ ਹੈ, ਤਾਂ ਤੁਹਾਨੂੰ ਹਰ ਇੱਕ ਚੀਜ਼ ਹੀ ਖੁਸ਼ਨੁਮਾ ਨਜ਼ਰ ਆਏਗੀ। ਖੈਰ, ਇੰਟਰਨੈਸ਼ਨਲ ਵਿਮਨਸ ਡੇ ਦੀ ਗੱਲ ਕਰੀਏ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਕੱਪ ਐਂਡ ਕਿਤਾਬ ਦੇ ਓਨਰ ਨੀਰੂ ਖੱਟਰ ਜੀ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਮੈਂ ਗੱਲਬਾਤ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਕਰਾਂਗੀ ਕਿ ਕਿਸੇ ਨੇ ਬਹੁਤ ਸੋਹਣਾ ਲਿਖਿਆ ਹੈ कि तमाम उम्र हसरतों का जनाजा लिए फिरती हैं। कौन कहता है कि औरतें मैयत को कंधा नहीं देती। एक औरत होने ਦੇ ਨਾਤੇ ਔਰਤ ਤੁਸੀਂ ਕੀ ਸਮਝਦੇ ਹੋ ਕਿ ਆਪਣੇ ਜ਼ਿਹਨ ਉੱਤੇ, ਆਪਣੇ ਤਨ ਉੱਤੇ ਕੀ ਕੁਛ ਹੰਡਾਉਂਦੀ ਹੈ? ਆਈ ਥਿੰਕ ਬਚਪਨ ਤੋਂ ਹੀ ਸ਼ਾਇਦ ਅਸੀਂ ਆਪਣੀਆਂ ਖੁਆਇਸ਼ਾਂ ਨੂੰ ਕਿਤੇ ਨਾ ਕਿਤੇ ਦਬਾ ਕੇ ਚੱਲਦੇ ਹਾਂ। ਜੀ। ਸਾਨੂੰ ਸਾਡੀ ਸੁਸਾਇਟੀ 'ਚ ਸਾਨੂੰ ਸਿਖਾਇਆ ਹੀ ਇਹੀ ਜਾਂਦਾ ਹੈ। ਠੀਕ ਹੈ, ਜੇ ਕੋਈ ਗਰੀਬ ਤਬਕੇ ਦੀ ਗੱਲ ਕਰੀਏ, 4 ਬੱਚੇ ਹੈ ਤਾਂ ਕੋਸ਼ਿਸ਼ ਕਰਨਗੇ ਮੁੰਡੇ ਨੂੰ ਪੜ੍ਹਾ ਦਈਏ, ਕੁੜੀ ਨੂੰ ਰਹਿਣ ਦਈਏ। ਕੁੜੀ ਘਰ ਦਾ ਕੰਮ ਸਿੱਖ ਲੇ, ਉਹ ਜ਼ਿਆਦਾ ਬੈਟਰ ਕਰ ਪਾਏਗੀ, ਹੈ ਨਾ। ਜੀ। ਤਾਂ ਸਾਡਾ ਸ਼ਾਇਦ ਸੁਸਾਇਟੀ ਦਾ ਹੀ ਇਹ ਇੱਕ ਮੈਂਟੈਲਿਟੀ ਇਹੋ ਜਿਹੀ ਬਣ ਚੁੱਕੀ ਹੈ। ਜੀ। ਤਾਂ ਸਾਨੂੰ ਸ਼ੁਰੂ ਤੋਂ ਹੀ ਉਹਨਾਂ ਟਫ ਬਣਾਇਆ ਜਾਂਦਾ ਹੈ। ਕਹਿਣ ਨੂੰ ਆਪਾਂ ਕਹਿੰਦੇ ਹਾਂ ਕਿ ਮੇਲ ਜ਼ਿਆਦਾ ਸਟਰੋਂਗ ਹੈ, ਬਟ ਮੇਰੇ ਖਿਆਲ 'ਚ ਇਮੋਸ਼ਨਲ ਜ਼ਰੂਰ ਅਸੀਂ ਹੈਗੇ ਹਾਂ, ਬਟ ਟਫ ਅਸੀਂ ਮਰਦਾਂ ਨਾਲੋਂ ਜ਼ਿਆਦਾ ਹਾਂ। ਅੱਛਾ, ਜਿਵੇਂ ਤੁਸੀਂ ਐਜ਼ ਅ ਪ੍ਰਿੰਸੀਪਲ ਕੰਮ ਕੀਤਾ, ਫਿਰ ਮੈਂ ਤੁਹਾਡੀ ਲਾਈਫ ਦੀ ਜਰਨੀ ਤੋਂ ਹੀ ਗੱਲ ਸ਼ੁਰੂ ਕਰਾਂਗੀ ਕਿ ਪਹਿਲਾਂ ਤੁਸੀਂ ਇੱਥੇ ਐਜ਼ ਅ ਪ੍ਰਿੰਸੀਪਲ ਕੰਮ ਕਰਦੇ ਸੀ, ਫਿਰ ਤੁਸੀਂ ਲੀਬੀਆ ਚਲੇ ਗਏ, ਉੱਥੋਂ ਲਾਈਫ ਇੱਕਦਮ ਨਵੇਂ ਸਿਰੇ ਤੋਂ ਸ਼ੁਰੂ ਕੀਤੀ। ਫਿਰ ਉੱਥੋਂ ਜਦੋਂ ਜੰਗ ਸ਼ੁਰੂ ਹੋਈ, ਫਿਰ ਇੱਥੇ ਵਾਪਸ ਆਉਣਾ, ਲਾਈਫ ਸਕ੍ਰੈਚ ਤੋਂ ਸ਼ੁਰੂ ਕਰਨਾ, ਐਕਸਪੀਰੀਅੰਸ ਕਿਵੇਂ ਦਾ ਸੀ? ਇਟ ਵਾਜ਼ ਟਫ ਬਟ ਇਟ ਵਾਜ਼ ਬਿਊਟੀਫੁਲ ਨਾ। ਟਫ ਸੀ ਪਹਿਲਾਂ ਤਾਂ। ਇੱਥੋਂ ਜਾਣਾ, ਨਵੇਂ ਸ਼ਹਿਰ 'ਚ ਜਾਣਾ ਹੀ ਮੁਸ਼ਕਿਲ ਹੁੰਦਾ ਹੈ। ਅਸੀਂ ਤਾਂ ਨਵੇਂ ਕੰਟਰੀ 'ਚ ਜਾ ਰਹੇ ਸੀਗੇ। ਬਿਲਕੁਲ। ਬਟ ਉੱਥੇ ਜਾ ਕੇ ਅੱਛੀਆਂ ਜੌਬਸ ਮਿਲੀਆਂ, ਅੱਛੀਆਂ ਸੈਲਰੀਜ਼ ਸੀਗੀਆਂ, ਸਟੈਂਡਰਡ ਆਫ ਲਿਵਿੰਗ ਵਾਜ਼ ਵੈਰੀ ਗੁੱਡ। ਜਦੋਂ ਉਹਦੀ ਆਦਤ ਪੈ ਗਈ ਤਾਂ ਸਿਵਲ ਵਾਰ ਸ਼ੁਰੂ ਹੋ ਗਿਆ। ਜੀ। ਫਿਰ ਵਾਪਿਸ ਆਉਣਾ ਪਿਆ। ਇਟ ਵਾਜ਼ ਟਫ ਬਟ ਇੰਨਾ ਕੁ ਸੀ ਕਿ ਹਾਂ ਚਲੋ ਫੈਮਿਲੀ ਸਾਰੀ ਇਕੱਠੀ ਹੈ, ਤਾਂ ਮੇਰੇ ਖਿਆਲ ਦੈਟ ਵਾਜ਼ ਮੋਰ ਬਿਊਟੀਫੁਲ। ਜੀ। ਪਰ ਉੱਥੋਂ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਤੇ ਇੱਥੇ ਆ ਕੇ ਨਵੇਂ ਸਿਰੇ ਤੋਂ ਲਾਈਫ ਸ਼ੁਰੂ ਕੀਤੀ, ਤਾਂ ਯਕੀਨਨ ਬਹੁਤ ਔਖਾ ਰਿਹਾ ਹੋਏਗਾ। ਐਗਜ਼ੈਕਟਲੀ, ਜਿਵੇਂ ਇੱਥੇ ਜੋ ਸੈਲਰੀ ਸਟਰਕਚਰ ਹੈ ਉੱਥੇ ਦਾ 10 ਗੁਣਾ ਅੱਛਾ ਹੈ। ਜੀ। ਜਦੋਂ ਫਿਰ ਇੱਥੇ ਵਾਪਿਸ ਆਏ ਤਾਂ ਬੜਾ ਮੁਸ਼ਕਿਲ ਸੀ ਜੌਬਸ ਲੱਭਣੀਆਂ, ਫਸਟ ਆਫ ਆਲ ਇੰਡੀਆ 'ਚ। ਦੂਸਰਾ, ਜੋ ਅਸੀਂ ਸੈਲਰੀ ਸਟਰਕਚਰ ਜਾਂ ਡੈਜ਼ਿਗਨੇਸ਼ਨ ਉੱਥੇ ਲੈ ਰਹੇ ਸੀ ਉਹ ਇੱਥੇ ਮਿਲਣਾ ਮੁਸ਼ਕਿਲ ਸੀ। ਮੈਂ, ਮੇਰੇ ਹਸਬੈਂਡ, ਅਸੀਂ 8-9 ਮਹੀਨੇ ਪਹਿਲਾਂ ਐਂ ਧੱਕੇ ਖਾਂਦੇ ਰਹੇ ਕਿੱਥੇ ਜੁਆਇਨ ਕਰੀਏ। ਜਿੱਥੇ ਵੀ ਜੁਆਇਨ ਕਰਦੇ ਸੀ ਉਹ ਵਾਲੀਆਂ ਸੈਲਰੀਜ਼ ਨਹੀਂ ਹੁੰਦੀਆਂ ਸੀਗੀਆਂ। ਆਪਣੀ ਉਹ ਇੱਕ ਐਕਸਪੈਕਟੇਸ਼ਨ ਫਿਕਸ ਜੀ ਹੋ ਜਾਂਦੀ ਹੈ ਕਿ ਨਹੀਂ, ਇਸ ਤੋਂ ਘੱਟ ਨਹੀਂ ਅਸੀਂ ਕੰਮ ਕਰਨਾ। ਕਰਦੇ ਕਰਦੇ ਜਦੋਂ 8-9 ਮਹੀਨੇ ਨਿਕਲ ਗਏ, ਨਹੀਂ ਕਿਤੇ ਹੋ ਪਾਇਆ, ਫਿਰ ਸਾਨੂੰ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰਨਾ ਪਿਆ ਕਿ ਠੀਕ ਹੈ, ਸੈਲਰੀਜ਼ ਅਸੀਂ ਕੰਪਰੋਮਾਈਜ਼ ਕਰ ਸਕਦੇ ਹਾਂ, ਥੋੜ੍ਹਾ ਘੱਟ ਵੀ ਪੈਸਾ ਮਿਲੂਗਾ ਚੱਲੂਗਾ, ਬਟ ਡੈਜ਼ਿਗਨੇਸ਼ਨ ਨਹੀਂ ਅਸੀਂ ਕੰਪਰੋਮਾਈਜ਼ ਕਰ ਸਕਦੇ। ਜੀ। ਤਾਂ ਫਿਰ ਉਹੀ ਕੀਤਾ, ਇੱਥੇ ਆ ਕੇ ਦੂਸਰੀ ਕੰਪਨੀਜ਼ 'ਚ ਜੁਆਇਨ ਕੀਤਾ। ਮੈਂ ਦੂਸਰੇ ਕਾਲਜ, ਯੂਨੀਵਰਸਿਟੀ ਉੱਥੇ ਕਰਦੀ ਸੀ, ਫਿਰ ਇੱਥੇ ਦੁਬਾਰਾ ਫਿਰ ਤੋਂ ਮੈਂ ਸਕੂਲ ਜੁਆਇਨ ਕੀਤੇ। ਜੀ। ਅਤੇ ਸੈਲਰੀ ਸਟਰਕਚਰ ਤਾਂ ਬਹੁਤ ਹੀ ਘੱਟ ਸੀ, ਬਟ ਇੰਨਾ ਸੈਟਿਸਫੈਕਸ਼ਨ ਸੀ ਚਲੋ ਐਟਲੀਸਟ ਡੈਜ਼ਿਗਨੇਸ਼ਨ ਸੇਮ ਹੈ। ਐਟਲੀਸਟ ਲਾਈਫ ਜਿਹੜੀ ਹੈ ਇੱਕ ਵਾਰੀ ਦੁਬਾਰਾ ਪਟੜੀ ਤੇ ਆਈ, ਬਟ ਇਟ ਵਾਜ਼ ਡਿਫਿਕਲਟ। ਸਾਡੇ ਲਈ ਸ਼ਾਇਦ ਇੰਨਾ ਮੁਸ਼ਕਿਲ ਨਹੀਂ ਸੀ, ਬਟ ਬੱਚਿਆਂ ਲਈ ਬਹੁਤ ਮੁਸ਼ਕਿਲ ਸੀ, ਬਿਕੋਜ਼ ਉਹਨਾਂ ਨੇ ਬਹੁਤ ਛੋਟੀ ਉਮਰ ਤੋਂ ਉਹ ਸਾਰੀਆਂ ਫੈਸਿਲਿਟੀਜ਼ ਦੇਖੀਆਂ ਹੋਈਆਂ ਸੀ ਜੋ ਇੰਡੀਆ 'ਚ ਸ਼ਾਇਦ ਅਸੀਂ ਉਸ ਤਰ੍ਹਾਂ ਦੀਆਂ ਫਿਰ ਸੇਮ ਨਹੀਂ ਦੇ ਸਕਦੇ ਸੀਗੇ ਨਾ। ਥੋੜ੍ਹਾ ਤਾਂ ਡਿਫਿਕਲਟ ਹੋਇਆ ਉਹਨਾਂ ਨੂੰ ਐਡਜਸਟ ਕਰਨ ਲਈ ਨਾ। ਤਾਂ ਬਟ ਠੀਕ ਹੈ, ਬੱਚੇ ਸਿਆਣੇ ਆ ਹੁਣ। ਜੀ। ਨੀਰੂ ਜੀ, ਜਦੋਂ ਅਸੀਂ ਜੰਗ ਦੀ ਗੱਲ ਕਰਦੇ ਹਾਂ, ਮੈਂ ਕੱਲ੍ਹ ਪਰਸੋਂ ਵੀ ਫੇਸਬੁੱਕ 'ਤੇ ਕੋਈ ਪੋਸਟ ਪੜ੍ਹ ਰਹੀ ਸੀ, ਕਿਉਂਕਿ ਯੂਕਰੇਨ ਨਾਲ ਹੁਣ ਜੰਗ ਜਿਹੜੀ ਆ ਉਹ ਕਾਫੀ ਜ਼ੋਰਾਂ 'ਤੇ ਹੈ।
ਪੂਰੇ ਵਰਲਡ ਵਿੱਚ ਕਿਤੇ ਨਾ ਕਿਤੇ ਇਹ ਤਹਿਲਕਾ ਹੈ, ਦਹਿਸ਼ਤ ਹੈ ਲੋਕਾਂ ਦੇ ਮਨਾਂ ਦੇ ਵਿੱਚ। ਉਹ ਪੋਸਟ ਵਿੱਚ ਏਦਾਂ ਸੀ ਕਿ ਜੰਗ ਜਿਹੜੀ ਹੈ ਉਹ ਦੇਸ਼ਾਂ ਦੇ ਵਿਚਾਲੇ ਨਹੀਂ ਲੜੀ ਜਾਂਦੀ, ਉਹ ਔਰਤ ਤੇ ਔਰਤ ਦੇ ਸਰੀਰ ਦੇ ਨਾਲ ਵੀ ਲੜੀ ਜਾਂਦੀ ਹੈ। ਕੀ ਕਹੋਗੇ? ਐਗਜ਼ੈਕਟਲੀ ਜਦੋਂ ਅਸੀਂ ਲਿਬੀਆ ਹੁੰਦੇ ਸੀ, ਲਿਬੀਆ ਵਾਸ ਟੋਟਲੀ ਅ ਕ੍ਰਾਈਮ ਫ੍ਰੀ ਕੰਟਰੀ। ਜੀ ਮਤਲਬ ਉੱਥੇ ਰਾਤ ਨੂੰ 2 ਵਜੇ ਵੀ ਅਸੀਂ ਨਿਕਲ ਜਾਈਏ ਨਾ, ਲੇਡੀਜ਼ ਇਕੱਲਿਆਂ ਕੋਈ ਡਰ ਨਹੀਂ ਸੀ ਹੁੰਦਾ। ਜੀ ਆਪਣੀ ਪਤਾ ਨਹੀਂ ਇੱਕ ਨੋਸ਼ਨ ਜੀ ਬਣੀ ਹੋਈ ਹੈ, ਅਰਬਿਕ ਕੰਟਰੀਜ਼ ਹੈ, ਕ੍ਰਾਈਮ ਹੈ, ਅਬਾਇਆ ਹੈ, ਸਟ੍ਰਿਕਟਨੈਸ ਹੈ, ਇਸ ਤਰ੍ਹਾਂ ਦਾ ਜੀ ਕੁਝ ਨਹੀਂ ਸੀ ਉੱਥੇ। ਬਹੁਤ ਅੱਛੀ ਲਾਈਫ ਸੀ, ਬੜਾ ਅੱਛਾ ਕਲਚਰ ਸੀ ਉਹਨਾਂ ਦਾ। ਜੀ ਤੇ ਇੰਡੀਆ 'ਚ ਸਗੋਂ ਮੈਂ ਕਹਿੰਦੀ ਹਾਂ, ਜੇ ਰਾਤ ਨੂੰ 11 ਵਜੇ ਬੇਟੀ ਹੁਣ ਮੇਰੀ ਕਈ ਵਾਰ ਸ਼ੂਟਸ ਤੇ ਜਾਂਦੀ ਹੈ, ਨਹੀਂ ਵਾਪਸ ਆਉਂਦੀ ਤਾਂ ਟੈਨਸ਼ਨ ਹੁੰਦੀ ਹੈ ਕਿ ਜੀ ਨਾ ਰਾਤ ਹੋ ਗਈ ਆਈ ਨਹੀਂ। ਉੱਥੇ ਸਾਨੂੰ ਇਹੋ ਜਿਹੀ ਟੈਨਸ਼ਨ ਨਹੀਂ ਸੀ ਹੁੰਦੀ, ਕਿ ਪਤਾ ਹੈ ਕਿ ਸੇਫ ਹੈ, ਹੂੰ ਠੀਕ ਹੈ। ਬਟ ਸਿਨੈਰੀਓ ਬਿਲਕੁਲ ਹੀ ਚੇਂਜ ਹੋ ਗਿਆ ਜਦੋਂ ਸਿਵਲ ਵਾਰ ਸ਼ੁਰੂ ਹੋਈ, ਅਨਰੈਸਟ ਸ਼ੁਰੂ ਹੋਇਆ। ਉਸ ਤੋਂ ਬਾਅਦ ਹੁਣ ਮੇਰੀ ਆਪਣੇ ਸਟੂਡੈਂਟਸ ਨਾਲ ਉੱਥੇ ਕਈ ਵਾਰ ਇੰਟਰਨੈਟ ਤੇ ਗੱਲ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿੰਨੀਆਂ ਮੇਰੀਆਂ ਸਟੂਡੈਂਟਸ ਉਹ ਵਾਰ 'ਚ ਵਿਡੋ ਹੋਈਆਂ ਨੇ, ਕਿੰਨੀਆਂ ਨਾਲ ਉੱਥੇ ਬਦਸਲੂਕੀਆਂ ਹੋਈਆਂ ਨੇ ਜੀ। ਨਾ। ਤਾਂ ਇਹ ਚੀਜ਼ਾਂ ਬਹੁਤ ਡਿਸਟਰਬ ਕਰਦੀਆਂ। ਤਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਸਾਂਝਾ ਕਰੋ ਕਿ ਜਿਸਨੇ ਤੁਹਾਨੂੰ ਬਹੁਤ ਝੰਜੋੜਿਆ ਹੋਵੇ। ਵੈਸੇ ਤੁਹਾਡੀਆਂ ਅੱਖਾਂ ਬਿਆਨ ਕਰ ਰਹੀਆਂ ਨੇ, ਪਰ ਮੈਂ ਚਾਹਾਂਗੀ ਕਿ ਐਟਲੀਸਟ ਲੋਕਾਂ ਨੂੰ ਪਤਾ ਲੱਗੇ। ਬਹੁਤ ਸਾਰੇ ਇਨਸੀਡੈਂਟਸ ਇਹੋ ਜਿਹੇ ਨੇ, ਕਿਉਂਕਿ ਮੇਰੀਆਂ ਸਟੂਡੈਂਟਸ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਨਾ। ਜੀ ਅਸੀਂ ਜਦੋਂ ਉੱਥੇ ਹੁੰਦੇ ਸੀ ਤਾਂ ਉਹਨਾਂ ਦਾ ਅੱਜ ਲਾਈਫ ਸਟਾਈਲ ਦੇਖਦੇ ਸੀ, ਜਾਂ ਉਹਨਾਂ ਨੂੰ ਗਵਰਨਮੈਂਟ ਵੱਲੋਂ ਜਿਹੜੀਆਂ ਫੈਸਿਲਿਟੀਜ਼ ਮਿਲੀਆਂ ਹੋਈਆਂ ਸੀ, ਤਾਂ ਅਸੀਂ ਸੋਚਦੇ ਹੁੰਦੇ ਸੀ ਰੱਬਾ ਅਗਲੇ ਜਨਮ ਨਾ ਲਿਬੀਆ 'ਚ ਹੂੰ ਬਰਥ ਹੋਵੇ। ਮਤਲਬ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਜੀ ਗਵਰਨਮੈਂਟ ਵੱਲੋਂ ਘਰ ਵੀ ਮਿਲ ਰਿਹਾ, ਗੱਡੀ ਵੀ ਮਿਲ ਰਹੀ ਹੈ, ਜੌਬ ਵੀ ਮਿਲ ਰਿਹਾ, ਮਤਲਬ ਸਾਰੀਆਂ ਫੈਸਿਲਿਟੀਜ਼ ਮਿਲ ਰਹੀਆਂ ਸੀਗੀਆਂ। ਬਟ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਉਹਨਾਂ ਨੂੰ, ਉਹ ਹਜੇ ਤੱਕ 11 ਸਾਲ ਹੋ ਗਏ ਸਾਨੂੰ ਵਾਪਸ ਆਏ। ਜੀ ਅਸੀਂ ਆ ਕੇ ਫਿਰ ਵੀ ਕਿਤੋਂ ਨਾ ਕਿਤੋਂ ਸਕ੍ਰੈਚ ਤੋਂ ਵੀ ਚਾਹੇ ਸਹੀ ਲਾਈਫ ਸ਼ੁਰੂ ਕਰ ਲਈ ਦੁਬਾਰਾ, ਹਨਾ। ਜੀ ਬਟ ਉਹ ਹਜੇ ਵੀ ਉੱਥੇ ਹੀ ਨੇ ਹੂੰ ਨਾ। ਉੱਥੇ ਹੁਣ ਪੜ੍ਹਾਈਆਂ ਨੇ, ਜਦ ਕਿ ਉਹਨਾਂ ਨੂੰ ਪੂਰੀ ਐਜੂਕੇਸ਼ਨ ਫ੍ਰੀ ਹੁੰਦੀ ਸੀ ਉਹਨਾਂ ਦੀ। ਜੀ ਜੇ ਉਹਨਾਂ ਨੇ ਆਪਣੀ ਹਾਇਰ ਐਜੂਕੇਸ਼ਨ ਲਈ ਕਿਤੇ ਦੂਸਰੇ ਕੰਟਰੀ ਜਾਣਾ ਹੈ, ਉਹ ਵੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਹੁੰਦੀ ਸੀ, ਹਨਾ। ਜੀ ਹੁਣ ਐਜੂਕੇਸ਼ਨ ਨਹੀਂ ਹੈ, ਕਿੰਨੀਆਂ ਕੁੜੀਆਂ ਉੱਥੇ ਵਿਡੋ ਹੋ ਗਈਆਂ, ਕਿੰਨੀਆਂ ਦੇ ਜਿਹੜੇ ਹਸਬੈਂਡ ਸੀਗੇ ਉਹ ਆਰਮੀ 'ਚ ਸੀਗੇ, ਜਿਹੜੇ ਲਾਪਤਾ ਨੇ। ਜੀ ਮਤਲਬ ਸਾਰੀ ਲਾਈਫ ਸ਼ਾਇਦ ਉਹਨਾਂ ਦੀ ਹੁਣ ਐਂ ਉਡੀਕ 'ਚ ਨਿਕਲ ਜਾਣੀ ਹੈ। ਜੀ ਔਰਤਾਂ ਨੂੰ ਹੀ ਹਮੇਸ਼ਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਸਹਿਨ ਕਰਨੀਆਂ ਪੈਂਦੀਆਂ ਨੇ? ਕਿਉਂਕਿ ਉਹਨਾਂ ਦੀ ਸਰੀਰਕ ਬਣਤਰ ਕੁਝ ਇਸ ਤਰ੍ਹਾਂ ਦੀ ਹੈ, ਜਾਂ ਮਰਦ ਨੂੰ ਕਿਤੇ ਨਾ ਕਿਤੇ ਆਪਣੀ ਹਵਸ ਮਿਟਾਉਣ ਦੇ ਲਈ ਔਰਤ ਹੀ ਇੱਕ ਜ਼ਰੀਆ ਨਜ਼ਰ ਆਉਂਦੀ ਹੈ। ਵਰਲਡ ਵਾਰ ਸੈਕਿੰਡ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਕਿ ਜਦੋਂ ਜੈਪਨੀਜ਼ ਸੋਲਜਰਸ ਵਾਸਤੇ ਕੋਰੀਅਨ ਕੁੜੀਆਂ ਨੂੰ ਬੀਇੰਗ ਅ ਸੈਕਸ ਸਲੇਵ ਯੂਜ਼ ਕੀਤਾ ਜਾਂਦਾ ਸੀ। ਔਰ ਬੜੀ ਦੁਖਦਾਇਕ ਗੱਲ ਇਹ ਹੈ ਕਿ ਇੱਕ ਫੀਮੇਲ ਦੇ ਨਾਲ 40 ਬੰਦੇ ਜਿਹੜੇ ਉਹਨੂੰ ਹਰ ਰੋਜ਼ ਬਰਦਾਸ਼ਤ ਕਰਨੇ ਪੈਂਦੇ ਸੀ। ਸੇਮ ਇਹੀ ਕਿਉਂਕਿ ਮੈਂ ਬੁੱਕਸ ਪੜ੍ਹਦੀ ਹਾਂ ਜੀ ਤਾਂ ਸਲਮਾਨ ਰਸ਼ਦੀ ਦੀ ਹੈ ਚਿਲਡਰਨ ਆਫ ਮਿਡਨਾਈਟ, ਜੀ ਜਦੋਂ ਬੰਗਲਾਦੇਸ਼ ਪਾਕਿਸਤਾਨ ਬਣਿਆ, ਸੇਮ ਇਹੀ ਉਦੋਂ ਵੀ ਹੋਇਆ। ਇੰਨੇ ਜੀ ਰੇਪਸ ਹੋਏ, ਇੰਨੀਆਂ ਕਿਡਨੈਪਿੰਗਸ ਹੋਈਆਂ। ਮਤਲਬ ਕੋਈ ਵੀ ਚੀਜ਼ ਹੈ, ਕਿਤੇ ਅਨਰੈਸਟ ਹੈ ਜਾਂ ਕੁਝ ਵੀ ਹੈ, ਹਰ ਜਗ੍ਹਾ ਤੇ। ਸਾਡੇ ਤਾਂ ਪੰਜਾਬੀ 'ਚ ਗਾਲਾਂ ਵੀ ਮਾਂ ਭੈਣ ਤੇ ਹੀ ਹੈ। ਜੀ ਉੱਥੇ ਵੀ ਮਤਲਬ ਚਾਹੇ ਲੇਡੀਜ਼ ਦੀ ਆਪਸ 'ਚ ਬਣਦੀ ਵੀ ਹੋਵੇ, ਜੇ ਭਰਾਵਾਂ ਦੀ ਆਪਸ 'ਚ ਨਹੀਂ ਬਣਦੀ ਤਾਂ ਵੀ ਗਾਲਾਂ ਮਾਂ ਭੈਣ ਨੂੰ ਹੀ ਮਿਲਣੀਆਂ। ਜੀ ਖੈਰ ਬਹੁਤ ਇਮੋਸ਼ਨਲ ਮਾਹੌਲ ਹੋ ਗਿਆ ਹੈ। ਜਦੋਂ ਐਜ਼ ਅ ਕਪਲ ਅਸੀਂ ਗੱਲ ਕਰਦੇ ਹਾਂ ਤਾਂ ਬੇਸ਼ੱਕ ਤੁਹਾਡੀ ਜਿੰਨੀ ਮਰਜ਼ੀ ਅੱਛੀ ਅੰਡਰਸਟੈਂਡਿੰਗ ਹੋਵੇ, ਉਹ ਦੁਨੀਆ ਦਾ ਕੋਈ ਵੀ ਕਪਲ ਹੈ, ਉਹ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੈ, ਜਿੰਨੇ ਮਰਜ਼ੀ ਉਹ ਲਾਈਕ ਮਾਈਂਡਡ ਨੇ, ਸੇਮ ਪ੍ਰੋਫੈਸ਼ਨ 'ਚ ਨੇ, ਆਪੋਜ਼ਿਟ ਪ੍ਰੋਫੈਸ਼ਨ 'ਚ ਨੇ, ਕੁਝ ਵੀ ਹੈ, ਫਿਰ ਵੀ ਔਰਤ ਨੂੰ ਕਿਤੇ ਨਾ ਕਿਤੇ ਮਰਦ ਦਾ ਬਹੁਤ ਕੁਝ ਪੀਣਾ ਪੈਂਦਾ ਹੈ। ਕੀ ਕਹੋਗੇ? ਟਰੂ। ਤੇ ਤੁਹਾਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਹੁੰਦਾ ਹੈ ਸਾਡੀਆਂ ਔਰਤਾਂ ਦੇ ਨਾਲ? ਬਿਲਕੁਲ ਹੁੰਦਾ ਹੈ। ਔਰ ਜਦੋਂ ਅਸੀਂ ਅੱਜ ਦੇ ਸਿਨੈਰੀਓ 'ਚ ਗੱਲ ਕਰਦੇ ਹਾਂ ਵਿਮਨ ਇੰਪਾਵਰਮੈਂਟ ਦੀ, ਔਰਤ ਬਹੁਤ ਫ੍ਰੀ ਹੈ, ਤੇ ਇਸ ਚੀਜ਼ ਨਾਲ ਸਹਿਮਤ ਹੋ, ਜਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਔਰਤ ਨੂੰ ਵਿਚਾਰੀ ਕਰਕੇ ਨਹੀਂ ਦੇਖਣਾ? ਕਿਉਂਕਿ ਹੁਣ ਅਸੀਂ ਦੋਨੋਂ ਵੀ ਪ੍ਰੋਫੈਸ਼ਨ ਦੇ ਵਿੱਚ ਹਾਂ, ਕਿ ਅਸੀਂ ਉਸ ਕਿਸਮ ਦੇ ਨਾਲ ਫ੍ਰੀ ਫੀਲ ਕਰਦੇ ਹਾਂ ਜਾਂ ਅਸੀਂ ਹੋਰ ਜ਼ਿਆਦਾ ਡਿਪਰੈਸ ਹੋ ਗਏ ਹਾਂ? ਇਕੁਐਲਿਟੀ ਦੇ ਨਾਮ ਤੇ ਕਿਤੇ ਨਾ ਕਿਤੇ ਆਈ ਥਿੰਕ ਦੋਨੋਂ ਹੀ ਸਾਨੂੰ ਲੇਡੀਜ਼ ਨੂੰ, ਆਈ ਥਿੰਕ ਵਿਮਨ ਨੂੰ ਸ਼ਾਇਦ ਜ਼ਿਆਦਾ ਕੰਪਰੋਮਾਈਜ਼ਸ ਕਰਨੇ ਪੈਂਦੇ ਆ ਜੀ ਇਸ ਇਕੁਐਲਿਟੀ ਤੇ ਪਹੁੰਚਣ ਲਈ, ਜੀ ਰਾਈਟ।
ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ, ਹਮ, ਮੈਂ ਮੇਰੇ ਹਸਬੰਡ ਅਸੀਂ ਦੋਨੋਂ ਕੈਫੇ ਸੰਭਾਲਦੇ ਹਾਂ, ਦੋਨੋਂ ਜੀ ਆਉਂਦੇ ਹਾਂ, ਬਟ ਮੈਨੂੰ ਸਵੇਰੇ ਉੱਠ ਕੇ ਬ੍ਰੇਕਫਾਸਟ ਬਣਾਉਣਾ ਹੈ, ਕਿਉਂਕਿ ਇਨ-ਲॉज ਇੱਥੇ ਨੇ, ਲੰਚ ਡਿਨਰ ਉਹਨਾਂ ਦਾ ਸਭ ਬਣਾ ਕੇ ਆਉਣਾ ਹੈ। ਜੀ ਤਾਂ ਉਹ ਰਿਸਪੌਂਸਿਬਿਲਿਟੀਜ਼ ਹਸਬੈਂਡ ਦੀਆਂ ਨਹੀਂ ਹੈ। ਯੈਸ ਠੀਕ ਹੈ, ਸਾਡਾ ਦਿਨ ਸਵੇਰੇ 6 ਵਜੇ ਸ਼ੁਰੂ ਹੋ ਜਾਂਦਾ ਹੈ, ਸਾਡਾ ਦਿਨ ਰਾਤੀ 12 ਵਜੇ ਖਤਮ ਹੋਣਾ ਹੈ। ਜੀ ਸਾਡੇ ਲਈ ਕੋਈ ਸੈਟਰਡੇ ਨਹੀਂ, ਕੋਈ ਸੰਡੇ ਨਹੀਂ, ਸਾਡੇ ਲਈ ਕੋਈ ਹੌਲੀਡੇ ਨਹੀਂ। ਤਾਂ ਐਗਜ਼ੈਕਟਲੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਸਾਨੂੰ ਜ਼ਿਆਦਾ ਟਫ ਹੋਣਾ ਪੈਂਦਾ। ਇੱਕ ਬੜੀ ਛੋਟੀ ਜਿਹੀ ਐਗਜ਼ਾਮਪਲ ਦਊਂਗੀ, ਜਦੋਂ ਇੱਕ ਲੇਡੀ ਵਿਡੋ ਹੋ ਜਾਂਦੀ ਹੈ ਜੀ ਤਾਂ ਕੋਈ ਨਹੀਂ ਕਹਿੰਦਾ ਕਿ ਮਹੀਨੇ ਬਾਅਦ ਕੋਈ ਨਹੀਂ ਕਹੂਗਾ ਵੀ ਦੁਬਾਰਾ ਵਿਆਹ ਕਰ ਦੋ, ਘਰ ਕਿਵੇਂ ਚੱਲੂਗਾ। ਉਹਨਾਂ ਨੂੰ ਪਤਾ ਹੈ ਇਹਨੇ ਬਾਹਰ ਵੀ ਕੰਮ ਕਰ ਲੈਣਾ, ਇਹਨੇ ਘਰ ਵੀ ਚਲਾ ਲੈਣਾ। ਸ਼ੀ ਕੈਨ ਬੀ ਅ ਜੀ ਸਿੰਗਲ ਪੇਰੈਂਟ, ਸ਼ੀ ਕੈਨ ਬੀ ਬੋਥ ਮਮ ਐਂਡ ਡੈਡ। ਐਗਜ਼ੈਕਟਲੀ ਬਟ ਜਦੋਂ ਕੋਈ ਵਾਈਫ ਕਿਸੇ ਦੀ ਵਿਡੋਅਰ ਹੋ ਜਾਂਦਾ ਹੈ, ਕੋਈ ਬੰਦਾ ਕਿਸੇ ਦੀ ਵਾਈਫ ਚਲੀ ਜਾਂਦੀ ਹੈ, ਤਾਂ ਦੂਜੇ ਮਹੀਨੇ ਹੀ ਸ਼ੁਰੂ ਹੋ ਜਾਂਦੇ, ਘਰ ਕਿਵੇਂ ਚੱਲੂਗਾ, ਬੱਚੇ ਕੌਣ ਸੰਭਾਲੂਗਾ, ਕਿਉਂਕਿ ਉਹਦਾ ਕੰਮ ਹੈ ਸਿਰਫ ਕਮਾ ਕੇ ਲਿਆਣਾ। ਜੀ ਆਰਡਰ ਦੇਣਾ, ਬੈੱਡ ਤੋਂ ਹੀ ਪਲੇਟ ਮਿਲੇ ਤੇ ਬੈੱਡ ਤੋਂ ਹੀ ਚੱਕੀ ਜਾਵੇ। ਐਗਜ਼ੈਕਟਲੀ, ਮੇਰੇ ਖਿਆਲ ਮੈਕਸਿਮਮ ਘਰਾਂ 'ਚ ਇਹੀ ਸਿਨੈਰੀਓ ਚੱਲ ਰਿਹਾ ਹੈ। ਅੱਛਾ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹੋ, ਲੋਕਾਂ ਨੂੰ ਆਫਰ ਕਰਦੇ ਹੋ, ਦੁਨੀਆ ਦੇ ਮਹਾਨ ਗ੍ਰੰਥ ਕਿਸੇ ਔਰਤ ਨੇ ਕਿਉਂ ਨਹੀਂ ਲਿਖੇ? ਮੇਰੇ ਖਿਆਲ ਮਹਾਨ ਗ੍ਰੰਥ ਤਾਂ ਕਿਸੇ ਔਰਤ ਨੇ ਨਹੀਂ ਲਿਖੇ, ਬਟ ਮੈਂ ਜ਼ਿਆਦਾਤਰ ਇੰਗਲਿਸ਼ ਲਿਟਰੇਚਰ ਪੜ੍ਹਦੀ ਸੀ, ਚਾਹੇ ਜੀ ਮੈਂ ਇੰਡੀਅਨ ਆਥਰਸ ਪੜ੍ਹਦੀ ਸੀ। ਮੈਨੂੰ ਫੋਰਨ ਆਥਰਸ ਜ਼ਿਆਦਾ, ਮੈਂ ਇੰਗਲਿਸ਼ ਪੜ੍ਹਾਉਂਦੀ ਜ਼ਰੂਰ ਰਹੀ ਹਾਂ, ਬਟ ਮੈਨੂੰ ਇੰਡੀਅਨ ਆਥਰਸ ਜਾਂ ਏਸ਼ੀਅਨ ਆਥਰਸ ਜ਼ਿਆਦਾ ਸਮਝ ਆਉਂਦੇ ਆ, ਕਿਉਂਕਿ ਜੀ ਮੈਨੂੰ ਲੱਗਦਾ ਅਸੀਂ ਉਹਨਾਂ ਦੇ ਕਰੈਕਟਰਸ ਨਾਲ ਆਪਣੇ ਆਪ ਨੂੰ ਕਿਤੇ ਨਾ ਕਿਤੇ ਰਿਲੇਟ ਕਰ ਲੈਂਦੇ ਹਾਂ। ਬਿਲਕੁਲ ਹੁਣ ਮੈਂ ਪੰਜਾਬੀ ਲਿਟਰੇਚਰ ਬਹੁਤ ਪੜ੍ਹਨਾ ਸ਼ੁਰੂ ਕੀਤਾ ਹੈ, ਤੇ ਆਈ ਹਮ ਥਿੰਕ ਪੰਜਾਬੀ ਦੇ ਵਿੱਚ ਸਾਡੀਆਂ ਇੰਨੀਆਂ ਅੱਛੀਆਂ ਵਿਮਨ ਰਾਈਟਰਸ ਹੈਗੀਆਂ, ਹਮ ਬਟ ਕਿਤੇ ਨਾ ਕਿਤੇ ਫਿਰ ਉਹੀ ਹੈ, ਮਰਦ ਪ੍ਰਧਾਨ ਦੇਸ਼ ਤੇ ਉਹੀ ਰਾਈਟਰਸ ਜ਼ਿਆਦਾ। ਦੋ ਚੀਜ਼ਾਂ ਹੋ ਸਕਦੀਆਂ, ਜਾਂ ਔਰਤ ਦੀ ਲਿਖਤ ਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਐਜ਼ ਅ ਗ੍ਰੰਥ, ਜਾਂ ਫਿਰ ਉਹ ਬਿਜ਼ੀ ਹੀ ਇੰਨਾ ਰਹੀ ਵੀ ਉਹ ਲਿਖ ਨਹੀਂ ਸਕੀ। ਜੇ ਉਹ ਬੋਲਡ ਲਿਖਦੀ ਹੈ ਤਾਂ ਵੀ ਉਹ ਮਾੜੀ ਹੈ, ਜੀ ਉਹਨੇ ਕਿਵੇਂ ਲਿਖਤਾ। ਉਹੀ ਚੀਜ਼ ਸਾਦਤ ਹਸਨ ਮੰਟੋ ਲਿਖ ਦੇਣ ਤਾਂ ਕੀ ਬਾਤ ਹੈ। ਜੀ ਠੀਕ ਹੈ, ਤੇ ਉਹੀ ਚੀਜ਼ ਜੇ ਕੋਈ ਲੇਡੀ ਲਿਖ ਦਿੰਦੀ ਹੈ ਤਾਂ ਉਹ ਬੋਲਡ ਹੋ ਜਾਂਦੀ ਹੈ, ਉਹ ਸ਼ੇਮਲੈਸ ਹੋ ਜਾਂਦੀ ਹੈ। ਜੀ ਜਦਕਿ ਆਈ ਲਵ ਸਾਦਤ ਹਸਨ ਮੰਟੋਜ਼ ਰਾਈਟਿੰਗ, ਮੈਨੂੰ ਬਹੁਤ ਜੀ ਪਸੰਦ ਹੈ। ਜੋ ਕਿੰਨੇ ਸਦੀਆਂ ਪਹਿਲਾਂ ਉਹਨਾਂ ਨੇ ਗੱਲਾਂ ਕਹਿਤੀਆਂ ਜਾਂ ਲਿਖਤੀਆਂ, ਜੀ ਉਹ ਅੱਜ ਕੱਲ ਅਸੀਂ ਮੇਰੇ ਖਿਆਲ ਆਪਣੀ ਸੁਸਾਇਟੀ 'ਚ ਅੱਜ ਦੇਖ ਰਹੇ ਹਾਂ ਉਹ ਚੀਜ਼ਾਂ। ਜੀ ਜੀ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਸਾਡੇ ਸਮਾਜ ਵਿੱਚ ਸ਼ੁਰੂ ਤੋਂ ਹੀ ਨੇ, ਪਰ ਉਹਨਾਂ ਨੂੰ ਅੱਗੇ ਲੈ ਕੇ ਆਇਆ ਬਹੁਤ ਘੱਟ ਗਿਆ ਹੈ। ਬੇਸ਼ੱਕ ਅਸੀਂ ਖੁਸ਼ਵੰਤ ਸਿੰਘ ਨੂੰ ਲੈ ਲਈਏ, ਖੁਸ਼ਵੰਤ ਸਿੰਘ ਨੇ ਵੀ ਇੱਕ ਵਾਰ ਕਿਹਾ ਸੀ ਕਿ ਮੈਨੂੰ ਸਿਰਫ ਇਸੇ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ ਕਿ ਮੈਂ ਸਿਰਫ ਨੰਗਾ ਜਾਂ ਮਾੜਾ ਹੀ ਲੱਗਦਾ। ਪਰ ਜਦੋਂ ਮੈਨੂੰ ਇੱਕ ਵਾਰੀ ਮੇਰੀ ਪੋਤੀ ਨੇ ਕਿਹਾ ਵੀ ਤੁਸੀਂ ਆਪਣੇ ਗ੍ਰੈਂਡਫਾਦਰ ਦੀ ਪੋਇਮ ਪੜ੍ਹਨ ਜਾ ਰਹੇ ਹੋ, ਉਹਨਾਂ ਨੇ ਕੋਈ ਪੋਇਟਰੀ ਲਿਖੀ ਹੋਣੀ ਹੈ, ਤੇ ਕਹਿੰਦੇ ਮੈਨੂੰ ਬੜੀ ਸ਼ਰਮ ਆਈ ਵੀ ਉਸਦੇ ਟੀਚਰ ਨੇ ਉਹਨੂੰ ਕਿਹਾ ਅੱਛਾ ਉਹੀ ਜੋ ਗੰਦਮੰਦ ਲਿਖਦਾ ਹੈ। ਪਰ ਖੁਸ਼ਵੰਤ ਸਿੰਘ ਇੱਕ ਇਸ ਕਿਸਮ ਦਾ ਰਾਈਟਰ ਸਨ ਜੋ ਜਦੋਂ ਉਹਨੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਐਡੀਟੋਰੀਅਲ ਲਿਖਣਾ ਬੰਦ ਕੀਤਾ ਸੀ ਤਾਂ ਉਸ ਦੀ ਸੇਲ ਘਟ ਗਈ ਸੀ। ਬਿਲਕੁਲ। ਦਾ ਟ੍ਰੇਨ ਵਰਗੇ ਬੜੇ ਕਮਾਲ ਦੇ ਨੋਵਲ, ਮਤਲਬ ਅਸੀਂ ਇੱਕ ਪਰਸਨ ਦੀ ਸਾਈਕੀ ਨਾਲ ਉਹ ਤਮਾਮ ਚੀਜ਼ਾਂ ਮੈਚ ਕਰਕੇ ਦੇਖਣ ਲੱਗ ਜਾਂਦੇ ਹਾਂ। ਕਿਤੇ ਨਾ ਕਿਤੇ ਸਾਡੇ ਸਮਾਜ ਦੀ ਇਹ ਕਮਜ਼ੋਰੀ ਵੀ ਹੈ। ਉਸ ਤੋਂ ਬਾਅਦ ਜੇ ਔਰਤਾਂ ਦੀ ਗੱਲ ਕਰੀਏ ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਔਰਤ ਸਸ਼ਕਤੀਕਰਨ ਦੀ ਹੁਣ ਵੀ ਸਾਡੇ ਸਮਾਜ ਨੂੰ ਕਿੰਨੀ ਜ਼ਿਆਦਾ ਜ਼ਰੂਰਤ ਹੈ? ਬਹੁਤ ਜ਼ਿਆਦਾ। ਕਹਿਣ ਨੂੰ ਅਸੀਂ ਵਿਮਨ ਐਮਪਾਵਰਮੈਂਟ ਜਾਂ ਵਿਮਨ ਐਮਪਾਵਰ ਹੈਗੇ ਆ, ਬਟ ਮੇਰਾ ਖਿਆਲ ਕਿਤੇ ਨਾ ਕਿਤੇ ਜੇ ਅੰਦਰ ਘੁਸ ਕੇ ਦੇਖਿਆ ਜਾਏ ਤਾਂ ਹਜੇ ਵੀ ਬਹੁਤ ਲੋੜ ਹੈ। ਜੀ ਉਹਦੇ ਲਈ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਮੇਰੇ 'ਚ ਮੰਨ ਲਓ ਕੋਈ ਟੈਲੈਂਟ ਹੈ, ਮੈਂ ਕੁਝ ਚੀਜ਼ ਕਰਨਾ ਚਾਹੁੰਦੀ ਹਾਂ, ਤਾਂ ਮੈਨੂੰ ਲੱਗੂਗਾ ਵੀ ਮੈਨੂੰ ਮੇਰੀ ਫੈਮਿਲੀ ਦੀ ਸਪੋਰਟ ਚਾਹੀਦੀ ਹੈ, ਮੈਂ ਤਾਂ ਹੀ ਕਦਮ ਬਾਹਰ ਰੱਖ ਸਕਦੀ ਹਾਂ। ਜੇ ਬੰਦੇ 'ਚ ਕੋਈ ਟੈਲੈਂਟ ਹੈ, ਆਈ ਥਿੰਕ ਬੰਦੇ ਨੂੰ ਇਹ ਚੀਜ਼ ਨਹੀਂ ਸੋਚਣੀ ਪੈਂਦੀ ਕਿ ਮੈਨੂੰ ਮੇਰੀ ਫੈਮਿਲੀ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਊਗੀ ਕਿ ਮੈਂ ਜੀ ਇਹ ਚੀਜ਼ ਕਰਨਾ ਚਾਹੁੰਦਾ ਕਿ ਨਹੀਂ। ਜਦੋਂ ਤੱਕ ਸਾਡੀ ਆਪਣੀ ਥਿੰਕਿੰਗ 'ਚ ਇਹ ਚੇਂਜ ਨਹੀਂ ਆਉਂਦੀ, ਤਦ ਤੱਕ ਮੇਰੇ ਖਿਆਲ ਅਸੀਂ ਸੁਸਾਇਟੀ 'ਚੋਂ ਚੇਂਜ ਲਿਆ ਹੀ ਨਹੀਂ ਸਕਦੇ। ਕੀ ਬਾਤ ਹੈ। ਇੱਕ ਬੜਾ ਹੀ ਸਾਈਕੋਲੋਜੀਕਲ ਸਵਾਲ ਉਹ ਇਹ ਹੈ ਕਿ ਅਸੀਂ ਕਹਿੰਦੇ ਹਾਂ ਅਸੀਂ ਔਰਤਾਂ ਬਹੁਤ ਇਮੋਸ਼ਨਲ ਹੁੰਦੀਆਂ, ਪਰ ਮੈਨੂੰ ਲੱਗਦਾ ਅਸੀਂ ਇਮੋਸ਼ਨਲੀ ਬੈਲੈਂਸਡ ਹੁੰਦੀਆਂ ਹਾਂ, ਬਿਲਕੁਲ। ਕਿਉਂਕਿ ਜੇਕਰ ਅਸੀਂ ਸੁਸਾਈਡ ਰੇਟਸ ਦੀ ਗੱਲ ਕਰੀਏ ਤਾਂ ਮਰਦ ਜ਼ਿਆਦਾ ਜ਼ਿਆਦਾ। ਸੁਸਾਈਡ ਕਰਦੇ ਐਜ਼ ਕੰਪੇਅਰ ਟੂ ਵਿਮਨ। ਕੀ ਕਹੋਗੇ? ਸਾਨੂੰ ਹਮੇਸ਼ਾ ਕਿਹਾ ਜਾਂਦਾ ਹੈ ਬਸ ਤੁਸੀਂ ਤਾਂ ਰੋ ਲੈਂਦੇ ਹੋ, ਆਪਣਾ ਦੁੱਖ ਦਿਖਾ ਦਿੰਦੇ ਹੋ। ਜੀ ਅਸੀਂ ਰੋ ਲੈਂਦੇ ਹਾਂ, ਮੇਰੇ ਖਿਆਲ ਇਸੇ ਲਈ ਅਸੀਂ ਜ਼ਿਆਦਾ ਟਫ ਹਾਂ। ਹੂੰ ਬੰਦੇ ਰੋਂਦੇ ਘੱਟ ਹੈ,
ਆਪਣੇ ਸਟ੍ਰੈਸ ਨੂੰ ਆਪਣੇ ਅੰਦਰ ਰੱਖਦੇ ਆ, ਬਿਕੋਜ਼ ਜੇ ਦਿਖਾ ਦੇਣਗੇ ਤਾਂ ਮੇਲ ਈਗੋ ਕਿਤੇ ਨਾ ਕਿਤੇ ਹਰਟ ਹੁੰਦੀ ਜੀ ਹੈ, ਜੀ ਤਾਂ ਉਹ ਸੁਸਾਈਡ ਕਰਦੇ ਆ। ਹੂੰ ਬਟ ਅਸੀਂ ਉਸੇ ਸਟਰਗਲਸ ਨੂੰ ਟਫਲੀ ਹੈਂਡਲ ਕਰਦੇ ਆ। ਜੀ ਇਹੀ ਫਰਕ ਹੈ ਮੇਰੇ ਖਿਆਲ ਸਾਡੇ ਚ ਔਰ ਮੇਲਸ ਦੇ ਵਿੱਚ। ਕਿਆ ਬਾਤ ਹੈ। ਕੱਪ ਔਰ ਕਿਤਾਬ ਦੀ ਗੱਲ ਕਰੀਏ ਤੇ ਕੱਪ ਔਰ ਕਿਤਾਬ ਦੇ ਵਿੱਚ ਜਿਹੜੀਆਂ ਵੀ ਕਿਤਾਬਾਂ ਤੁਸੀਂ ਰੱਖੀਆਂ, ਸਭ ਤੋਂ ਫੇਵਰਿਟ ਕਿਤਾਬ ਤੁਹਾਡੀ ਕਿਹੜੀ ਹੈ? ਮੇਰੇ ਕੋਲ ਜੇ ਤੁਸੀਂ ਦੇਖੋ ਤਾਂ ਜ਼ਿਆਦਾ ਫੈਮਿਨਿਸਟ ਬੁੱਕਸ ਨੇ, ਹੂੰ ਜੀਨ ਸੈਸਨ ਦੀਆਂ ਨੇ, ਜਿਨ੍ਹਾਂ ਨੇ ਅਰੈਬਿਕ ਵਿਮਨ ਬਾਰੇ ਬਹੁਤ ਲਿਖਿਆ, ਔਰ ਮੈਂ ਕਿਉਂਕਿ ਬਹੁਤ ਸਾਲ ਲਿਬੀਆ 'ਚ ਰਹੀ ਹਾਂ, ਓਮਾਨ 'ਚ ਰਹੀ ਹਾਂ, ਜੀ ਤਾਂ ਆਈ ਥਿੰਕ ਮੈਂ ਜ਼ਿਆਦਾ ਰਿਲੇਟ ਕਰ ਪਾਉਂਦੀ ਹਾਂ ਉਹਨਾਂ ਨਾਲ। ਤਾਂ ਮੇਰੇ ਕੋਲ ਜ਼ਿਆਦਾ ਖਾਲਿਦ ਹੁਸੈਨੀ, ਜੀਨ ਸੈਸਨ, ਖੁਸ਼ਵੰਤ ਸਿੰਘ ਸਾਰਾ ਹੈ, ਦੇਵਦੱਤ ਜੀ ਪਟਨਾਇਕ ਹੈ, ਵੀਨਾ ਵਰਮਾ ਦੀਆਂ ਮੈਂ ਹੁਣ ਪੜ੍ਹਨੀਆਂ ਸ਼ੁਰੂ ਕੀਤੀਆਂ ਨੇ। ਕਿਆ ਬਾਤ ਹੈ, ਵਨ ਆਫ ਦ ਲਾਜਵਾਬ ਬਿਊਟੀਫੁਲ ਬੁੱਕਸ ਹੈ, ਜੀ ਲਾਜਵਾਬ ਬੁੱਕਸ ਹੈ। ਅੰਮ੍ਰਿਤਾ ਪ੍ਰੀਤਮ ਤੋਂ ਨੋ ਡਾਊਟ, ਜੀ ਫੋਰਐਵਰ। ਜੀ ਤੇ ਵੀਨਾ ਵਰਮਾ ਦੀਆਂ ਮੈਂ ਹੁਣ ਬੁੱਕਸ ਸ਼ੁਰੂ ਕੀਤੀਆਂ ਐਂਡ ਆਈ ਐਮ ਐਂਡ ਵਾਟ ਲਵਿੰਗ ਯੂ ਇਟ। ਆਬਜ਼ਰਵਡ, ਮੈਂ ਵੀਨਾ ਵਰਮਾ ਨੂੰ ਕਾਫੀ ਪੜਿਆ। ਮੈਂ ਹੁਣ ਸ਼ੁਰੂ ਕੀਤਾ ਹੈ ਐਕਚੁਅਲੀ ਜੀ ਪੰਜਾਬੀ ਲਿਟਰੇਚਰ ਪੜ੍ਹਨਾ। ਸ਼ੀ ਇਜ਼ ਫੈਂਟੈਬੁਲਸ, ਸ਼ੀ ਬਹੁਤ ਇਜ਼ ਵਧੀਆ। ਫੈਂਟੈਬੁਲਸ। ਮੁੱਲ ਦੀ ਤੀਵੀਂ ਮੈਂ ਖਤਮ ਕੀਤੀ ਹੈ, ਮਤਲਬ ਬਹੁਤ ਕਮਾਲ ਦੀ ਰਚਨਾ ਕਮਾਲ ਦੀ ਲਿਖੀ ਹੋਈ ਜੀ। ਹੈ। ਸ਼ੇਰੋ ਸ਼ਾਇਰੀ ਦਾ ਸ਼ੌਂਕ ਰੱਖਦੇ ਹੋ, ਗਾਣ ਦਾ ਸ਼ੌਂਕ ਰੱਖਦੇ ਹੋ? ਤੁਹਾਡੇ ਸ਼ੌਂਕ ਕੀ ਨੇ? ਗਾਣ ਦਾ ਜਦੋਂ ਤੱਕ ਸਾਡੇ ਕੈਫੇ 'ਚ ਸਿੰਗਰਸ ਆਣੇ ਨਹੀਂ ਸ਼ੁਰੂ ਹੋਏ ਸੀ, ਮੈਨੂੰ ਲੱਗਦਾ ਸੀ ਮੈਂ ਬਹੁਤ ਸੋਹਣਾ ਗਾਉਂਦੀ ਹਾਂ। ਬਟ ਹੁਣ ਪਤਾ ਲੱਗਿਆ ਕਿ ਹਾਂ ਸ਼ੌਂਕ ਹੀ ਹੈ, ਬਟ ਠੀਕ ਹੈ। ਜਾਂਦੇ ਜਾਂਦੇ ਕੁਝ ਸੁਣਾਓਗੇ? ਇੰਨਾ ਵੀ ਨਹੀਂ, ਕੁਝ ਥੋੜਾ ਜਿਹਾ। हमें तुम नजर से गिरा तो चुके हो, हमें तुम कभी भी भुला ना सकोगे। क्या बात है, बहुत खूबसूरत। और ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਵੀ ਅਸੀਂ ਆਪਣੇ ਆਪ ਨੂੰ ਸ਼ਾਇਦ ਪ੍ਰੂਵ ਕਰਨਾ ਬੰਦ ਕਰ ਦਈਏ। ਜੀ ਜਿਸ ਦਿਨ ਅਸੀਂ ਉਹ ਬੰਦ ਕਰ ਦਾਂਗੇ ਨਾ, ਆਈ ਥਿੰਕ ਸਾਨੂੰ ਸੋਸਾਇਟੀ ਜ਼ਿਆਦਾ ਈਜ਼ੀਲੀ ਅਸੈਪਟ ਕਰੂਗੀ। ਮੈਂ ਜੀ ਕਰਨਾ ਹੈ ਤਾਂ ਮੈਂ ਕਰਨਾ ਹੈ। ਜੀ ਆਈ ਨੀਡ ਨਾਟ ਟੂ ਪ੍ਰੂਵ ਐਨੀਵਨ ਕਿ ਮੈਂ ਇਹ ਕਰ ਸਕਦੀ ਹਾਂ। ਹੂੰ ਠੀਕ ਹੈ, ਜੇ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਹੈ ਕਿ ਮੈਂ ਇਹ ਕਰ ਸਕਦੀ ਹਾਂ ਤਾਂ ਮੈਂ ਕਰ ਸਕਦੀ ਹਾਂ, ਐਂਡ ਯੂ ਹੈਵ ਟੂ ਅਸੈਪਟ ਇਟ। ਬਿਲਕੁਲ, ਬਹੁਤ ਸ਼ੁਕਰੀਆ, ਬਹੁਤ ਪਿਆਰੀ ਗੱਲਬਾਤ ਅੱਜ ਦੀ ਰਹੀ, ਬਹੁਤ ਖੂਬਸੂਰਤ ਰਾਬਤਾ ਰਿਹਾ। ਧੰਨਵਾਦ ਤੁਸੀਂ ਇੱਥੇ ਆਏ, ਸਾਨੂੰ ਥੈਂਕ ਜੁਆਇਨ ਯੂ ਕੀਤਾ। ਬੁਲਾਉਣ ਲਈ, ਥੈਂਕ ਯੂ ਸੋ ਮਚ। ਪਿਆਰੇ ਦੋਸਤੋ, ਸੁਖਵਿੰਦਰ ਅੰਮ੍ਰਿਤ ਦੀਆਂ ਬਹੁਤ ਹੀ ਖੂਬਸੂਰਤ ਸਤਰਾਂ ਨੇ ਕਿ ਇਉਂ ਨਾ ਅੱਖੀਆਂ ਫੇਰ, ਇਉਂ ਨਾ ਨਾਕਾਰ ਮੈਨੂੰ, ਕਵਿਤਾ ਹਾਂ ਜ਼ਰਾ ਮੁਸ਼ਕਿਲ ਪੜ੍ਹ ਕੇ ਵਿਚਾਰ ਮੈਨੂੰ, ਕੋਈ ਹੋਰ ਪੜ੍ਹ ਨਾ ਸਕਦਾ, ਤਫਸੀਰ ਕਰ ਨਾ ਸਕਦਾ, ਮੈਂ ਸਤਰ ਸਤਰ ਤੇਰੀ ਤੂੰ ਹੀ ਵਿਚਾਰ ਮੈਨੂੰ, ਬਿੰਦੀ ਕੋਈ ਲਗਾ ਦੇ ਜਾਂ ਡੰਡੀਆਂ ਵੀ ਪਾ ਦੇ, ਜਿੱਦਾਂ ਨਿਖਾਰ ਸਕਦਾ ਹੈ ਉੱਦਾਂ ਨਿਖਾਰ ਮੈਨੂੰ, ਜੇ ਕਹਿ ਦਵੇਂ ਤੂੰ ਮੈਨੂੰ ਕਰਦਾ ਹਾਂ ਪਿਆਰ ਤੈਨੂੰ, ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ, ਤੇਥੋਂ ਜੇ ਮੁੱਖ ਮੋੜਾਂ ਕੀਤਾ ਜੇ ਵਾਅਦਾ ਤੋੜਾਂ, ਤੂੰ ਹਰਫ ਹਰਫ ਕਰਕੇ ਦੇਵੀਂ ਖਿਲਾਰ ਮੈਨੂੰ। ਮੈਨੂੰ ਲੱਗਦਾ ਹੈ ਕਿ ਅੱਜ ਦੀ ਇਸ ਗੱਲਬਾਤ ਦਾ ਇਸ ਤੋਂ ਸੋਹਣਾ ਸਾਰੰਸ਼ ਨਹੀਂ ਹੋ ਸਕਦਾ। ਤੁਸੀਂ ਇਸ ਟਾਕ ਨੂੰ ਇੰਜੋਏ ਕੀਤਾ ਹੋਵੇਗਾ। ਕਿਸ ਤਰ੍ਹਾਂ ਦੇ ਰਹੇ ਤੁਹਾਡੇ ਵਿਚਾਰ, ਜ਼ਰੂਰ ਕਰਨਾ ਸਾਡੇ ਨਾਲ ਸਾਂਝਿਆਂ। ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਨੂੰ, ਅੱਜ ਦੇ ਰਾਬਤਾ ਨੂੰ ਤੁਸੀਂ ਜ਼ਰੂਰ ਕੀਤਾ ਹੋਵੇਗਾ ਪਸੰਦ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ, ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।